ਗੁਰਮੁਖ ਪਿਆਰਿਓ, ਅੱਜ ਅਸੀਂ ਸ਼ਬਦ ਦੀ ਵਿਚਾਰ ਕਰਕੇ ਇਹ ਗੱਲ ਸਮਝਣੀ ਹੈ ਕਿ ਇਹ ਜਿਹੜਾ ਸੰਸਾਰ ਹੈ ਇਹ ਸਾਰਾ ਹੀ ਪਰਮਾਤਮਾ ਦੇ ਵਿੱਚੋਂ ਹੀ ਬਣਿਆ ਹੈ। ਆ ਜਿੰਨੇ ਜੀਵ ਜੰਤੂ ਨੇ, ਖੰਡ ਬ੍ਰਹਿਮੰਡ ਨੇ, ਇਹ ਸਾਰਾ ਕੁਝ ਹੀ ਪਰਮਾਤਮਾ ਦੇ ਵਿੱਚੋਂ ਹੀ ਬਣਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਮਝਾਉਣਾ ਕਰਦੇ ਨੇ, ਨਿਰੰਕਾਰ ਆਕਾਰ ਹੈ ਆਪੇ, ਆਪੇ ਭਰਮ ਭੁਲਾਏ। ਬ੍ਰਹਮ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਆ ਜਿੰਨੇ ਜੀਵ ਜੰਤੂ ਨੇ, ਖੰਡ ਬ੍ਰਹਿਮੰਡ ਨੇ, ਇਹ ਸਾਰੇ ਹੀ ਪਰਮਾਤਮਾ ਦੇ ਵਿੱਚੋਂ ਬਣੇ। ਅਸੀਂ ਅੱਜ ਮਾਨਸ ਜਾਮੇ ਦੀ ਖਾਸ ਕਰਕੇ ਗੱਲ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਆ ਜਿੰਨੇ ਤੇਰੇ ਪਰਿਵਾਰ ਦੇ ਵਿੱਚ ਮੈਂਬਰ ਰਹਿੰਦੇ ਨੇ ਨਾ, ਇਹ ਸਾਰੇ ਮੈਂ ਹੀ ਆ। ਤੇਰੀ ਘਰ ਵਾਲੀ ਵੀ ਮੈਂ ਹੀ ਆ, ਤੇਰਾ ਘਰ ਵਾਲਾ ਵੀ ਮੈਂ ਹੀ ਆ, ਤੇਰੀ ਮਾਂ ਵੀ ਮੈਂ ਹੀ ਆ, ਤੇਰੀ ਸੱਸ ਵੀ ਮੈਂ ਹੀ ਆ, ਤੇਰਾ ਸਹੁਰਾ ਵੀ ਮੈਂ ਹੀ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਏਕ ਸੂਤ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਇਹ ਸਾਰਾ ਗੋਬਿੰਦ ਹੈ। ਹੁਣ ਗੁਰਮੁਖ ਪਿਆਰਿਓ, ਇਹ ਸਾਰਾ ਕੁਝ ਪਰਮਾਤਮਾ ਦੇ ਵਿੱਚੋਂ ਬਣਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਇਸ ਸੰਸਾਰ ਦੀ ਰਚਨਾ ਨਹੀਂ ਹੋਈ ਸੀ, ਆ ਖਾਲੀ ਖਲਾ ਸੀ। ਆ ਜਿਹੜਾ ਆਲੇ ਦੁਆਲੇ ਤੁਹਾਡੇ ਸਰੀਰ ਦੇ ਆਲੇ ਦੁਆਲੇ ਖਾਲੀ ਖਲਾ ਹੈ, ਇਹਨੂੰ ਹੀ ਸੱਚ ਕਹਿੰਦੇ। ਇਹ ਜਿਹੜਾ ਤੁਹਾਡੇ ਸਰੀਰ ਦੇ ਆਲੇ ਦੁਆਲੇ ਖਾਲੀ ਖਲਾ ਹੈ, ਇਹ ਪਹਿਲਾਂ ਵੀ ਇਹੋ ਜਿਹਾ ਸੀ, ਹੁਣ ਵੀ ਇਹੋ ਜਿਹਾ, ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਹੋਏਗਾ। ਇਹਨੂੰ ਕਹਿੰਦੇ ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਜਿੰਨਾ ਵੀ ਤੁਹਾਡੇ ਸਰੀਰ ਦੇ ਆਲੇ ਦੁਆਲੇ ਖਾਲੀ ਖਲਾ, ਇਹਨੂੰ ਸੱਚ ਕਹਿੰਦੇ ਆ। ਪਰਮਾਤਮਾ ਦਾ ਨਿਰਾਕਾਰ ਰੂਪ ਹੈ, ਪਰਮਾਤਮਾ ਦਾ ਸੂਖਮ ਰੂਪ ਹੈ। ਇਹ ਜਿਹੜਾ ਖਾਲੀ ਖਲਾ ਹੈ, ਜਦੋਂ ਕੋਈ ਰਚਨਾ ਨਹੀਂ ਹੋਈ ਸੀ, ਖੰਡ ਬ੍ਰਹਿਮੰਡ ਨਹੀਂ ਬਣੇ ਸੀ, ਨਾ ਕੋਈ ਜੀਵ ਜੰਤੂ ਸੀ, ਇਹ ਖਾਲੀ ਖਲਾਏ ਸੀਗਾ। ਜਦੋਂ ਸੱਚੇ ਪਾਤਸ਼ਾਹ ਨੇ ਸੰਸਾਰ ਦੀ ਰਚਨਾ ਕਰਨ ਬਾਰੇ ਸੋਚਿਆ, ਕੀ ਕੀਤਾ? ਉਹਨੇ ਕਿਸੇ ਦੀ ਸਲਾਹ ਨਹੀਂ ਲਈ ਹੈਗੀ। ਜਦੋਂ ਆਪੇ ਥਾਟ ਕੀਆ ਬੈ ਕਰਤੇ, ਤਦੋਂ ਪੁੱਛ ਨਾ ਸੇਵਕ ਬੀਆ, ਤਦੋਂ ਕਿਆ ਕੋ ਲੇਵੇ ਕਿਆ ਕੋ ਦੇਵੇ, ਜਾਂ ਅਵਰ ਨਾ ਦੂਜਾ ਕੀਆ। ਕਿਸੇ ਦੀ ਸਲਾਹ ਨਹੀਂ ਲਈ, ਕਿਸੇ ਤੋਂ ਕੁਛ ਇਸ ਸੰਸਾਰ ਨੂੰ ਬਣਾਉਣ ਵਾਸਤੇ ਕੁਛ ਮੰਗਿਆ ਨਹੀਂ ਹੈ, ਕਿਉਂਕਿ ਉਸ ਵੇਲੇ ਕੋਈ ਹੈ ਉਹ ਨਹੀਂ ਸੀਗਾ। ਜਦੋਂ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਦੀ ਰਚਨਾ ਕੀਤੀ, ਇਸ ਖਾਲੀ ਖਲਾ ਦੇ ਵਿੱਚੋਂ ਇੱਕ ਧਮਾਕਾ ਹੋਇਆ। ਜਦੋਂ ਰਚਨਾ ਕੀਤੀ ਸ਼ੁਰੂ ਕੀਤੀ, ਕਹਿੰਦੇ ਗੁਰ ਸ਼ਬਦੀ ਗੋਬਿੰਦ ਗੱਜਿਆ। ਉਹਨੂੰ ਨਾਮ ਵੀ ਕਿਹਾ ਹੈ, ਸ਼ਬਦ ਵੀ ਕਿਹਾ ਹੈ। ਉਹ ਜੋ ਧਮਾਕਾ ਹੋਇਆ, ਉਹਦੇ ਨਾਲ ਹੀ ਪੌਣ ਚੱਲ ਪਈ, ਫਿਰ ਨਾਲ ਹੀ ਪਾਣੀ ਪੈਦਾ ਹੋ ਗਿਆ, ਨਾਲ ਅਗਨ ਪੈਦਾ ਹੋ ਗਈ। ਪੌਣ, ਪਾਣੀ, ਅਗਨ, ਇੱਕ ਸ਼ਬਦ ਨਾਮ, ਇਹ ਚਾਰ ਪਦਾਰਥ। ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਚਾਰ ਪਦਾਰਥ ਲੈ ਜਗਾਇਆ, शिव शक्ति कर वासा पाया। एक विसारे तापिड़ हारे, अंधले नाम विसारा। एक नाम पैदा होया, पौन पानी अगन पैदा हो गई। पौन पानी अगन नू माया कहा गया, और माया नू सच्चे पातशाह ने हुक्म किया संसार की रचना करने वास्ते। और माया ने पौन पानी अगन नू एक जगह ते इकट्ठा कर दिता। की होया फिर? इस खाली खला दे विच धुंधू कारा हो गया। कहने अरबद नरबद धुंधू कारा, धरन ना गगना हुक्म पारा। ना दिन रैन ना चंद ना सूरज, सुन समाध लगाई। खाली खला विच धुंधू कारा हो गया। इस धुंधू कारे दे विचों माया ने पौण दा तत्त तैयार किया, पानी दा तत्त तैयार किया, अगन दा तत्त क्या तैयार किया। तत्त हुंदे विजीवल दिखण लग पैंदे।
ਔਰ ਪਾਉਣ ਦੇ ਵਿੱਚੋਂ ਆਸ਼ਾ, ਤ੍ਰਿਸ਼ਨਾ, ਅਭਿਲਾਸ਼ਾ, ਸੰਸੇ, ਫਿਕਰ ਇਹ ਗੁਣ ਨਿਕਲੇ, ਇਹਨੂੰ ਰਜੋ ਗੁਣ ਕਿਹਾ ਗਿਆ। ਪਾਣੀ ਦੇ ਵਿੱਚੋਂ ਦਇਆ, ਸਹਿਣਸ਼ੀਲਤਾ, ਪੁੰਨਦਾਨ ਇਹ ਗੁਣ ਨਿਕਲੇ, ਇਹਨੂੰ ਸਤੋ ਗੁਣ ਕਿਹਾ ਗਿਆ। ਅਗਨ ਵਿੱਚੋਂ ਨਿੰਦਿਆ, ਚੁਗਲੀਆ, ਦੁਬਦਾ, ਈਰਖਾ, ਦਵੈਤ, ਨਫ਼ਰਤ ਨਿਕਲੀ, ਇਹਨੂੰ ਤਮੋ ਗੁਣ ਕਹਿੰਦੇ ਗੁਰਬਾਣੀ ਦੇ ਵਿੱਚ। ਰਜੋ ਗੁਣ, ਸਤੋ ਗੁਣ, ਤਮੋ ਗੁਣ, ਬ੍ਰਹਮਾ ਵਿਸ਼ਨ ਮਹੇਸ਼, ਪੌਣ, ਪਾਣੀ, ਅਗਨ ਇੱਕੋ ਹੀ ਗੱਲ ਹੈ। ਸੱਚੇ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਮਾਇਆ ਨੇ ਕੀ ਕੀਤਾ, ਜਿੰਨੀ ਲੋੜ ਸੀ ਲੋੜ ਅਨੁਸਾਰ ਪੌਣ, ਪਾਣੀ, ਅਗਨ ਦੇ ਤੱਤ ਇੱਕ ਜਗ੍ਹਾ ਤੇ ਇਕੱਠੇ ਕੀਤੇ। ਇੱਕ ਜਗ੍ਹਾ ਤੇ ਤੱਤ ਇਕੱਠੇ ਕਰਕੇ ਫਿਰ ਕੀ ਹੋਇਆ, ਇੱਕ ਬਹੁਤ ਵੱਡਾ ਆਕਾਰ ਨਜ਼ਰ ਆਉਣ ਲੱਗਾ, ਜਿਹਨੂੰ ਅਸੀਂ ਧਰਤੀ ਕਹਿੰਦੇ, ਜਿਹਦੇ ਉੱਤੇ ਬੈਠੇ ਆ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਮਝਾਉਣਾ ਕਰਦੇ ਨੇ, ਰਾਤੀ ਰੁੱਤੀ ਤਿੱਥੀ ਵਾਰ, ਪਵਨ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਤੀ ਤਿਆਰ ਹੋ ਗਈ, ਥੱਲੇ ਵਾਲੇ ਹਿੱਸੇ ਨੂੰ ਕਿਹਾ ਗਿਆ ਪਤਾਲ, ਉੱਪਰ ਵਾਲੇ ਹਿੱਸੇ ਨੂੰ ਆਕਾਸ਼ ਕਹਿ ਦਿੱਤਾ। ਜਿਸ ਤਰ੍ਹਾਂ ਧਰਤੀ ਤਿਆਰ ਕੀਤੀ, ਇਸੇ ਤਰ੍ਹਾਂ 84 ਲੱਖ ਜੂਨਾਂ ਦੇ ਪੁਤਲੇ ਤਿਆਰ ਕੀਤੇ। ਪੌਣ, ਪਾਣੀ, ਅਗਨ, ਮਿੱਟੀ, ਆਕਾਸ਼ ਤੋਂ ਪੁਤਲੇ ਤਿਆਰ ਕਰਕੇ ਸੱਚੇ ਪਾਤਸ਼ਾਹ ਨੇ ਫਿਰ ਇਹਦੇ ਵਿੱਚ ਪਰਿਵਾਰ ਵਸਾਇਆ। ਇੱਕ ਕਿਹੜਾ ਪਰਿਵਾਰ ਵਸਾਇਆ, ਇਸ ਸਰੀਰਾਂ ਨੂੰ ਚਾਲੂ ਕਰਨ ਵਾਸਤੇ ਇਹਦੇ ਵਿੱਚ ਆਤਮਾ ਦਾ ਪ੍ਰਵੇਸ਼ ਕੀਤਾ, ਪਾਵਰ ਦਾ ਪ੍ਰਵੇਸ਼ ਕੀਤਾ। ਕਹਿੰਦੇ ਇਹ ਸਰੀਰਾਂ ਮੇਰਿਆ, ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ। ਇਹ ਸਰੀਰ ਵਿੱਚ ਆਤਮਾ ਦੀ ਜੋਤ ਰੱਖੀ। ਜਿਵੇਂ ਕੋਈ ਗੱਡੀ ਚਲਾਉਣੀ ਹੋਵੇ ਨਾ, ਉਹਦੇ ਵਿੱਚ ਪੈਟਰੋਲ ਡੀਜ਼ਲ ਪਾਇਆ ਜਾਂਦਾ, ਫਿਰ ਉਹ ਸਟਾਰਟ ਹੋ ਜਾਂਦੀ ਹੈ। ਲੇਕਿਨ ਫਿਰ ਗੱਡੀ ਕਿਵੇਂ ਚੱਲਦੀ ਹੈ, ਉਹਨੂੰ ਡਰਾਈਵਰ ਲੈ ਕੇ ਜਾਂਦਾ ਹੈ। ਫਿਰ ਮਨ ਦੀ ਜੋਤ ਇਹਦੇ ਵਿੱਚ ਭੇਜੀ, ਉਹ ਡਰਾਈਵਰ ਹੈ ਇਸ ਗੱਡੀ ਦਾ, ਸਰੀਰ ਰੂਪੀ ਗੱਡੀ ਦਾ ਡਰਾਈਵਰ ਮਨ ਹੈ। ਕਹਿੰਦੇ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਜਨਮਾ, ਸਾਕਤ ਲੋਭੀ, ਇਹ ਮਨ ਮੂੜਾ, ਗੁਰਮੁਖ ਨਾਮ ਜਪੇ ਮਨ ਰੂੜਾ। ਪੰਜ ਤੱਤ ਸੁਨੋ ਪ੍ਰਕਾਸ਼ਾ, ਦੇ ਸੰਜੋਗੀ ਕਰਮ ਅਭਿਆਸਾ। ਇਸ ਮਨ ਦੀ ਜੋਤ ਪੈਦਾ ਕਰਕੇ ਸੱਚੇ ਪਾਤਸ਼ਾਹ ਨੇ ਸਰੀਰ ਵਿੱਚ ਭੇਜਿਆ। ਮਨ ਖਿਡਾਰੀ ਹੈ, ਮਨ ਡਰਾਈਵਰ ਹੈ। ਅੱਛਾ ਖੇਡੇਗਾ, ਮਾੜਾ ਖੇਡੇਗਾ। ਅੱਛਾ ਖੇਡੇਗਾ ਸੱਚ ਵਿੱਚ ਸਮਾ ਜਾਏਗਾ, ਮਾੜਾ ਖੇਡੇਗਾ ਜੂਨਾਂ ਵਿੱਚ ਚਲਾ ਜਾਏਗਾ। ਦੂਸਰੇ ਨੰਬਰ ਤੇ ਫਿਰ ਆ ਗਿਆ ਭਾਈ ਕਾਲ ਦੀ ਸਰਕਾਰ ਹੈ ਸਰੀਰ ਵਿੱਚ। ਕਾਲ ਨੇ ਮਨ ਨੂੰ ਖਿਡਾਉਣਾ ਹੁੰਦਾ, ਮਨ ਦੇ ਨਾਲ ਖੇਡਣਾ ਹੁੰਦਾ। ਕਹਿੰਦੇ ਕੌਤਕ ਕਾਲ ਇਹ ਹੁਕਮ ਪਠਾਇਆ। ਕੌਤਕ ਮੈਨੇ ਹੁੰਦੇ ਆ ਤਮਾਸ਼ੇ। ਕਾਲ ਨੂੰ ਹੁਕਮ ਕੀਤਾ ਸੱਚੇ ਪਾਤਸ਼ਾਹ ਨੇ, ਇਸ ਮਨ ਨੂੰ ਤਮਾਸ਼ੇ ਕਰਕੇ ਦਿਖਾਓ ਮਾਇਆ ਦੇ। ਔਰ ਕਾਲ ਦੇ ਸਹਿਯੋਗੀ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰੇ ਪੰਜ ਜਰਨੈਲ ਕਾਲ ਦੇ ਸਹਿਯੋਗੀ ਨੇ। ਰਜੋ ਗੁਣ, ਸਤੋ ਗੁਣ, ਤਮੋ ਗੁਣ ਇਹ ਕਾਲ ਦੀ ਸਰਕਾਰਾਂ। ਤ੍ਰੈ ਗੁਣ ਕਾਲੇ ਕੀ ਸਰਕਾਰਾਂ। ਫਿਰ ਧਰਮਰਾਜ ਦੀ ਸਰਕਾਰ ਹੈ। ਜਦੋਂ ਮਨ ਇਸ ਸੰਸਾਰ ਤੇ ਆ ਕੇ ਕਾਲ ਦੀ ਸਰਕਾਰ ਦੇ ਨਾਲ ਖੇਡਦਾ ਹੈ, ਫਿਰ ਧਰਮਰਾਜ ਦੀ ਸਰਕਾਰ ਇਹਦੀ ਰਿਪੋਰਟ ਬਣਾਉਂਦੀ ਹੈ। ਉਹ ਪਾਰਟੀ ਰਿਪੋਰਟ ਬਣਾਉਂਦੀ ਹੈ। ਧਰਮਰਾਜ ਦੇ ਥੱਲੇ ਚਿੱਤਰਗੁਪਤ ਨੇ, ਜਮਦੂਤ ਨੇ। ਕਹਿੰਦੇ ਧਰਮਰਾਜ ਨੂੰ ਹੁਕਮ ਹੈ, ਵੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਧਰਮਰਾਜ ਨੇ ਮਨ ਦੀ ਸਰਕਾਰ, ਮਨ ਦੀ ਰਿਪੋਰਟ ਬਣਾਉਣੀ ਹੁੰਦੀ ਹੈ। ਮਨ ਜੋ ਕਿਵੇਂ ਖੇਡਦਾ, ਅੱਛਾ ਖੇਡਦਾ, ਮਾੜਾ ਖੇਡਦਾ, ਸਾਰੀ ਰਿਪੋਰਟ ਬਣਾਉਣੀ ਹੁੰਦੀ ਹੈ। ਸੋ ਗੁਰਮੁਖ ਪਿਆਰਿਓ, ਆਤਮਾ ਹੈ, ਮਨ ਹੈ, ਧਰਮਰਾਜ ਦੀ ਸਰਕਾਰ ਹੈ, ਕਾਲ ਦੀ ਸਰਕਾਰ ਹੈ, ਸਰੀਰ ਹੈਗਾ। ਇਹ ਸਾਰਾ ਕੁਝ ਪਰਮਾਤਮਾ ਦੇ ਵਿੱਚੋਂ ਬਣਿਆ। ਇਹ ਪਰਮਾਤਮਾ ਦਾ ਦਿਸਣ ਵਾਲਾ ਰੂਪ ਬਣ ਗਿਆ। ਚਾਹੇ ਇਹ ਸਰੀਰ ਹਿੰਦੂ ਦਾ ਹੈ, ਚਾਹੇ ਇਹ ਮੁਸਲਮਾਨ ਦਾ ਹੈ, ਚਾਹੇ ਈਸਾਈ ਦਾ ਹੈ, ਚਾਹੇ ਬੋਧੀ ਦਾ ਹੈ, ਚਾਹੇ ਕਿਸੇ ਮੇਰੇ ਵੀਰ ਸਿੱਖ ਦਾ ਹੈ। ਇਹ ਪਰਮਾਤਮਾ ਦਾ ਦਿਖਣ ਵਾਲਾ ਰੂਪ ਹੈ, ਸਰਗੁਣ ਰੂਪ ਹੈ। ਚਾਹੇ ਤੁਹਾਡੀ ਘਰ ਵਾਲੀ ਦਾ ਸਰੀਰ ਹੈ, ਚਾਹੇ ਮਾਂ ਦਾ ਸਰੀਰ ਹੈ, ਚਾਹੇ ਸੱਸ ਦਾ ਸਰੀਰ ਹੈ, ਇਹ ਚਾਹੇ ਸਹੁਰੇ ਦਾ ਸਰੀਰ ਹੈ, ਇਹ ਪਰਮਾਤਮਾ ਦਾ ਦਿਖਣ ਵਾਲਾ ਰੂਪ ਹੈ। ਇਹਨੂੰ ਸਰਗੁਣ ਵੀ ਕਹਿੰਦੇ ਆ। ਔਰ ਤੁਹਾਡੇ ਸਰੀਰ ਦੇ ਜਿੰਨੀ ਆਲੇ ਦੁਆਲੇ ਖਾਲੀ ਖਲਾ, ਇਹਨੂੰ ਨਿਰਗੁਣ ਕਹਿੰਦੇ। ਸੂਖਮ ਰੂਪ, ਨਿਰਾਕਾਰ ਰੂਪ। ਕਹਿੰਦੇ ਸਰਗੁਣ, ਨਿਰਗੁਣ, ਨਿਰੰਕਾਰ, ਸੁਨ ਸਮਾਧੀ ਆਪ। ਸਰਗੁਣ, ਨਿਰਗੁਣ ਇਹ ਨਿਰੰਕਾਰ ਹੈ। ਦਰਸ਼ਨ ਕਰੋ। ਸੱਚੇ ਪਾਤਸ਼ਾਹ ਕਹਿੰਦੇ ਜਿਹਨੇ ਰੱਬ ਦੇ ਦਰਸ਼ਨ ਨਹੀਂ ਕੀਤੇ, ਕਰ ਲਓ ਭਾਈ। ਆ ਜਿੰਨੇ ਵੀ ਜੀਵ ਨੇ ਸੰਸਾਰ ਤੇ, ਸਾਰੇ ਕੁੱਤੇ, ਬਿੱਲੇ, ਭੇਡ, ਬੱਕਰੀਆਂ, ਖਾਸ ਕਰਕੇ ਮਾਨਸ ਜਾਮੇ ਦੀ ਆਪਾਂ ਵਿਚਾਰ ਕਰਦੇ ਹਾਂ,
ਇਹ ਸਾਰੇ ਹੀ परमात्मा ਦਾ दिखण वाला रूप है। निरंकार आकार है आपे, आपे भरम भुलाए। परमात्मा आकार विच प्रगट होया, दृष्टमान विच प्रगट होया, सानू हुण भुलेखे विच भरम विच पा दिता। असी किसे शरीर नू, किसे बंदे नू रब मनण लई तैयार नहीं है। सच्चे पातशाह कहने मैं तेनू गुरबाणी विच दर्शन करवा दिते, सरगुण निर्गुण निरंकार। आ जिहड़ा सरगुण है, आ जिन्ने भी तेरे गुआंढी मल्ले वाले महाराज कहंदे मैं ही है, जिन्हां दियां चुगलियां करदा मैं ही है। चुगलियां करन करके तेरी मेरे नालों प्रीत टुटी है। महाराज कहने टूट प्रीत गई बुर बोल, दुरमत पर हार छाड़ी ढोल। तू मैनू माड़े वचन बोलना है तां ही तेरे नाल मेरी प्रीत टुट गई। वो कहना जी मैं तो गुरुद्वारे जाके रोज़ पोचे मारदा, मैं तो जोड़ियां की सेवा करदा। आ कहना जिहड़ा चुगलियां करदा ये मेरा दिखण वाला रूप है, मेरा सरगुण रूप है। कबीर साहब ने कहा, कहने कबीर मेरा मुझ में कुछ नहीं, जो कुछ है सो तेरा, तेरा तुझको सौंपते क्या लागे। मेरा सच्चे पातशाह मेरे शरीर में तो मेरा कुछ भी नहीं है। आ शरीर के 5 तत्त भी तेरे जो बने हैं, आत्मा भी तेरे जो बनी है, मन भी तहीं पैदा किया, धर्मराज की सरकार भी तहीं पैदा की, अकाल की सरकार भी तहीं पैदा की है। शरीर में मेरा तो कुछ भी नहीं सच्चे पातशाह, तेरे विचों ही सारा कुछ बने। आ जिन्ने भी जीव ने सारे ही परमात्मा ही है। सरगुण निर्गुण निरंकार सुन समाधि आप। सुनने मैंने होंदी है जीरो। अचेत अवस्था, जदों तू अचेत अवस्था में जाएगा, जदों तू अफुर अवस्था में जाएगा, जदों तू संसार नूं भुल जाएगा, उन्होंने सुन कहते हैं। उत्थे जाके तेरा मेरे नाल मिलाप हो सकता। देख तां लै, जे देखना चाहना देख ला। सरगुण भी तेरे सामने है, निर्गुण भी तेरे सामने। कहने सतगुर नूं सब को देखदा, सारे संसार के लोग देख रहे। सतगुर नूं सब को देखदा, जेता जगत संसार डिठे मुक्त न होवे, जिचर शब्द ना करे विचार। जदों तक तुहानूं कोई शब्द की विचार करके समझाउंदा नहीं है कि ये तां परमात्मा है, तेरी घर वाली भी परमात्मा ही है, तेरा पति भी परमात्मा ही है, तेरे माता पिता भी परमात्मा ही है। हुण महाराज सच्चे पातशाह कहने हुण तैं मन्नना हैगा। ये गल नूं कहने मन मानिया तो हर जानिया, मन्ने की गत कही ना। जिहड़ा गल ये गल मन लैंदा ना, ਉਹਦੀ फिर अवस्था बारे नहीं कोई दस सकता। ਜਿਹੜਾ ਇਹ ਗੱਲ समझ लवे कि सारा ही परमात्मा है। ਜਦੋਂ बिदर ਨੂੰ ਗਿਆਨ ਹੋਇਆ, मैं कई बारी विचार करता हुन्ना भी बिदर एक दिन साग ਨਾਲ रोटी खांदा सीगा, कुत्ता मोरे रोटी चक के भज गया, बिदर मगर साग चक्की भज्या जावे। कहंदे सच्चे पातशाह रोटी चक के भज गए, साग नाल खा लिओ, भज्या जावे। कुत्ते विच भी नज़र आउण लग गया। जदों असीं गुरबाणी नूं विचार के पढ़ियागे फिर सारा कुछ नज़र आ जाता। कहने पढ़िया बूझै सो परवान, बाणी विरलो विचार सी, जे को गुरमुख होए, बाणी महापुरख की निज घर वासा हो। जदों असीं गुरबाणी नूं विचार के पढ़दे आ, संगत ध्यान नाल करदे आ, फिर सानूं रब दे दर्शन हो जाते हैं। फिर दर्शन हो जाते हैं, फिर असीं सिमरन करके सुन विच जाके अफुर अवस्था में जाके, जिथे संसार नूं मन भुल जाता, उत्थे जाके असीं मिलाप भी कर लैंदे, उहदे नाल इक मिक हो जाते हैं। सरगुण निर्गुण निरंकार सुन समाधि आप, आपने किया नानक आपे फिर जाप। सच्चे पातशाह कहंदे आप ये संसार नूं पैदा करके आप ये कहंदा हुण आप ही नाम जपण लग्या है। नाम जपण वाला भी उही है। कहना जिन्हों मिलना है वो भी परमात्मा ही है, जिहड़ा मिलण वाला है वो भी परमात्मा है। महाराज कहने एक खेल बनाया सच्चे पातशाह ने, कहने आवन जान एक खेल बनाया, आग्याकारी की नहीं माया। सच्चे पातशाह आपे भुलिया होया है, आपे जाने। मैं कई बार विचार करता हूँ, कोई मेरा वीर कथा कर रहा है, वो कहना स्टेज के उत्ते बैठा जानिया होया है, वो भी परमात्मा ही कथा कर रहा है। ਜਿਹੜੇ थल्ले बैठे सुन रहे होंदे ने वो भी परमात्मा ही सुन रहा होंदा। कहना एक पासे भुलिया बैठा, एक पासे जानिया बैठा है। इनू फिर खेल कहते हैं। आपे भुलिया होया, आपे जानिया होया है। वो स्टेज ते बैठा कथाकार कथा कर रहा ते वो भी परमात्मा ही कथा कर रहा। वो जिहड़े उहदे आले दुआले सुन रहे बैठे वो भी परमात्मा ही सुन रहा। महाराज सच्चे पातशाह कहते सुन भी तू ही रहा, कथा भी तू ही कर रहा।
ਸੋ ਜਦੋਂ ਇਹ ਗੱਲ ਦੀ ਸੋਝੀ ਆ ਜਾਂਦੀ, ਪਰਮਾਤਮਾ ਦਾ ਮਿਲਾਪ ਹੋ ਜਾਂਦਾ, ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ, ਫਿਰ ਇਹ ਜੀਵਨ ਸਫਲ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਰੰਕਾਰ ਆਕਾਰ ਹੈ ਆਪੇ, ਆਪੇ ਭਰਮ ਭੁਲਾਏ, ਬ੍ਰਹਮੋ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਇਹ ਸਾਰਾ ਕੁਝ ਪਰਮਾਤਮਾ ਹੀ ਪਰਮਾਤਮਾ। ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਸੀ, ਪਰਮਾਤਮਾ ਤਾਂ ਤੇਰੇ ਨਾਲ ਹੀ ਰਹਿੰਦਾ। ਕਹਿੰਦੇ ਏਕਾ ਸੰਗਤ ਇਕਤ ਗ੍ਰਹਿ ਵਾਸਤੇ ਮਿਤ ਮਿਲ ਬਾਤ ਨਾ ਕਰਤੇ ਭਾਈ, ਸਭਨਾ ਕਾ ਸਹੋ ਏਕ ਐਸਾ ਦੀ ਰਹੇ ਹਜੂਰ, ਨਾਨਕ ਹੁਕਮ ਨਾ ਮੰਨੀ ਤਾਂ ਘਰ ਹੀ ਅੰਦਰ ਦੂਰ। ਇੱਕੋ ਹੀ ਜਗ੍ਹਾ ਤੇ ਤੁਸੀਂ ਰਹਿੰਦੇ ਤੇ ਪਰਮਾਤਮਾ ਤੇ ਤੁਸੀਂ, ਪਰ ਤੁਹਾਡਾ ਮਿਲਾਪ ਨਹੀਂ ਹੋਇਆ, ਕਿਉਂਕਿ ਸਾਡੀ ਉਹ ਗਿਆਨ ਵਾਲੀ ਅੱਖ ਨਹੀਂ ਖੁੱਲੀ ਜਿਹੜੀ ਉਹਨੂੰ ਦੇਖ ਸਕਦੀ ਹੈ। ਜਦੋਂ ਅਸੀਂ ਬਾਣੀ ਦੇ ਵਿਚਾਰ ਸੁਣਦੇ ਆ, ਸ਼ਬਦ ਦੇ ਵਿਚਾਰ ਸੁਣਦੇ ਆ, ਉਹੀ ਕਥਾਕਾਰ ਹੈ, ਉਹੀ ਸੰਤ ਹੈ ਗੁਰਮੁਖ ਹੈ ਜਿਹੜਾ ਰੱਬ ਦੇ ਦਰਸ਼ਨ ਕਰਾ ਦਿੰਦਾ। ਕਹਿੰਦੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ। ਸੋ ਗੁਰਮੁਖ ਪਿਆਰਿਓ, ਅਸੀਂ ਇਸ ਸੰਸਾਰ 'ਤੇ ਆ ਕੇ ਪਰਮਾਤਮਾ ਨੂੰ ਮਿਲ ਕੇ ਜਾਣਾ ਹੈ, ਉਹਦੇ ਦਰਸ਼ਨ ਕਰਨੇ ਨੇ। ਜੇ ਸਾਨੂੰ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ, ਅਸੀਂ ਸੱਚਖੰਡ ਵਿੱਚ ਆਉਣਾ ਜਾਣਾ ਨਹੀਂ ਬਣਾਇਆ, ਅਸੀਂ ਪਰਮਾਤਮਾ ਨਾਲ ਨਹੀਂ ਮਿਲਾਪ ਕੀਤਾ, ਮਹਾਰਾਜ ਕਹਿੰਦੇ ਤੁਹਾਡਾ ਜੀਵਨ ਇਹ ਵਿਅਰਥ ਚਲਾ ਜਾਂਦਾ ਹੈ। ਸੋ ਕਰੋ ਭਾਈ ਸੁਰ ਵਾਹਿਗੁਰੂ ਵਾਹਿਗੁਰੂ।